ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਸੰਤ ਹਿੰਡੋਲ ਮਹੱਲਾ ਨੌਵਾਂ। ਸਾਧੋ ਇਹ ਤਨ ਮਿਥਿਆ ਜਾਨੋ, ਯਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ ਰਹਾਉ। ਇਹ ਜਗ ਹੈ ਸੰਪਤ ਸੁਪਨੇ ਕੀ, ਦੇਖ ਕਹਾਂ ਐਡਾਨੋ। ਸੰਗ ਤਿਹਾਰੈ ਕਛੂ ਨ ਚਾਲੈ, ਤਾਹੇ ਕਹਾਂ ਲਪਟਾਨੋ। ਉਸਤਤ ਨਿੰਦਾ ਦੋ ਪਰ ਹਰ, ਹਰ ਕੀਰਤ ਉਰ ਆਨੋ। ਜਨ ਨਾਨਕ ਸਭ ਹੀ ਮੈਂ ਪੂਰਨ, ਏਕ ਪੁਰਖ ਭਗਵਾਨੋ। ਜਨ ਨਾਨਕ ਸਭ ਹੀ ਮੈਂ ਪੂਰਨ, ਏਕ ਪੁਰਖ ਭਗਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ, ਸਰਬ ਸਾਂਝੀ ਵਾਲਤਾ ਦੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਸੰਧਿਆ ਸਮੇਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਹੁਣੇ ਆਪ ਜੀ ਨੇ ਸਤਿਕਾਰਯੋਗ ਗਿਆਨੀ ਜੀ ਪਾਸੋਂ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਆਓ ਚੱਲ ਰਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨਾ ਕਰੀਏ। ਅੱਜ ਦਾ ਜੋ ਪਾਵਨ ਸ਼ਬਦ ਰਾਗ ਬਸੰਤ ਦੇ ਅੰਦਰ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੋ ਆਪ ਜੀ ਨੇ ਸਰਵਣ ਕੀਤਾ ਹੈ, ਬਸੰਤ ਰਾਗ ਦੇ ਅੰਦਰ ਸਤਿਗੁਰੂ ਜੀ ਦੇ ਕੋਲ 5 ਸ਼ਬਦ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1186 ਤੇ ਅੱਜ ਦਾ ਇਹ ਪਾਵਨ ਸ਼ਬਦ ਸੁਭਾਏਮਾਨ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਪਾਵਨ ਸ਼ਬਦ ਦੇ ਰਾਹੀਂ ਜੋ ਪਾਵਨ ਉਪਦੇਸ਼ ਦੇ ਰਹੇ ਹਨ, ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਰਸਨਾ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਕਰੋ ਕਿਰਪਾ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭਤਾ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਾਤਸ਼ਾਹ ਮੰਗਲ ਕਰਦੇ ਹਨ। ਇੱਕ ਓੰਕਾਰ ਉਹ ਪਰਮ ਸੱਤਿਆ, ਪਰਮ ਸ਼ਕਤੀ, ਜਿਸ ਤੋਂ ਸਭ ਜੀਵਾਂ ਦੀ ਪੈਦਾਇਸ਼ ਹੈ, ਜੋ ਸਭ ਨੂੰ ਪਾਲਣ ਵਾਲਾ ਹੈ ਅਤੇ ਸਭ ਦਾ ਸੰਘਾਰ ਕਰਨ ਵਾਲਾ, ਸਭ ਨੂੰ ਸਾਂਭਣ ਵਾਲਾ ਉਹ ਇੱਕ ਹੈ। ਐਸਾ ਪਰਿਪੂਰਨ ਪਰਮਾਤਮਾ ਜੋ ਇੱਕ ਰਸ ਸਰਬ ਵਿਆਪਕ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ
ਕਿਰਪਾ ਦੇ ਨਾਲ, ਸਤਿਗੁਰੂ ਜੀ ਦੇ ਬਖਸ਼ੇ ਗਿਆਨ ਦੇ ਨਾਲ ਐਸੇ ਪਰਮਾਤਮਾ ਦੀ ਪ੍ਰਾਪਤੀ ਹੈ। ਰਾਗ ਬਸੰਤ ਹਿੰਡੋਲ ਮਹੱਲਾ ਨੌਵਾਂ। ਬਸੰਤ ਰਾਗ ਹੈ ਤੇ ਨਾਲ ਇੱਕ ਸ਼ਬਦ ਆਇਆ ਹੈ ਹਿੰਡੋਲ। ਹਿੰਡੋਲ ਵੀ ਇੱਕ ਰਾਗ ਹੈ, ਪਰ ਇਸ ਬਸੰਤ ਰਾਗ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਹਿੰਡੋਲ ਰਾਗ ਨੂੰ ਸਹਾਇਕ ਬਣਾਇਆ ਹੈ। ਨੌਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ, ਸਾਧੋ ਇਹ ਤਨ ਮਿਥਿਆ ਜਾਨੋ, ਯਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਅੱਜ ਦੇ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸਾਧੋ ਇਹ ਤਨ ਮਿਥਿਆ ਜਾਨੋ। ਸਾਧੋ ਤੋਂ ਭਾਵ ਹੇ ਰੱਬ ਦੇ ਪਿਆਰੇ ਸੰਤ ਜਨੋ, ਹੇ ਸਤ ਸੰਗੀਓ, ਇਹ ਜਿਹੜਾ ਸਾਡਾ ਸਰੀਰ ਹੈ, ਇਹ ਤਨ ਹੈ, ਇਸ ਨੂੰ ਮਿਥਿਆ ਸਮਝੋ। ਮਿਥਿਆ ਤੋਂ ਭਾਵ ਹੁੰਦਾ ਹੈ ਨਾਸ਼ਵੰਤ, ਜਿਹੜਾ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਂ ਬਾਕੀ ਗੁਰੂ ਸਾਹਿਬਾਨਾਂ ਦੀ ਜਾਂ ਭਗਤ ਸਾਹਿਬਾਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਕੱਲੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੀ ਮੌਤ ਦਾ ਜ਼ਿਕਰ ਨਹੀਂ ਕਰਦੇ। ਭਗਤ ਸਾਹਿਬਾਨਾਂ ਨੇ, ਗੁਰੂ ਸਾਹਿਬਾਨਾਂ ਨੇ, ਬਾਕੀਆਂ ਨੇ ਵੀ ਮੌਤ ਦਾ ਜ਼ਿਕਰ ਵੀ ਕੀਤਾ ਹੈ। ਸੰਸਾਰ ਨੂੰ ਜਿੱਥੇ ਮਿਥਿਆ ਕਿਹਾ ਹੈ, ਉੱਥੇ ਇਹ ਸਰੀਰ ਵੀ ਮਿਥਿਆ ਹੈ। ਤੇ ਗੁਰਬਾਣੀ ਦੇ ਵਿੱਚ ਜਦੋਂ ਵੀ ਕਿਤੇ ਮੌਤ ਦਾ ਜ਼ਿਕਰ ਹੁੰਦਾ ਹੈ ਨਾ, ਉਸ ਦਾ ਮਤਲਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਕਸਦ ਸਾਨੂੰ ਡਰਾਉਣ ਦਾ ਨਹੀਂ ਹੁੰਦਾ ਵੀ ਮੌਤ ਦਾ ਭੈ ਦੇਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਕਸਦ ਇਹੋ ਹੈ ਕਿ ਜਿਹੜਾ ਇਨਸਾਨ ਭੁੱਲ ਚੁੱਕਾ ਹੈ ਨਾ ਵੀ ਆਪਣੇ ਅਸਲ ਪ੍ਰਯੋਜਨ ਨੂੰ, ਸੰਸਾਰ ਤੇ ਕਿਸ ਵਾਸਤੇ ਆਇਆ, ਕਿਹੋ ਜਿਹਾ ਜੀਵਨ ਜਿਉਣਾ ਹੈ, ਸਤਿਗੁਰੂ ਜੀ ਉਹ ਚੇਤਾ ਕਰਾਉਂਦੇ ਹਨ ਵੀ ਤੇਰੀ ਜ਼ਿੰਦਗੀ ਬੀਤਦੀ ਜਾਂਦੀ ਹੈ, ਇਹ ਮਤ ਸਮਝ ਕਿ ਤੂੰ ਸਦਾ ਵਾਸਤੇ ਕਾਇਮ ਰਹਿਣਾ ਹੈ। ਕਿਉਂਕਿ ਇਨਸਾਨ ਦੀ ਸੋਚ ਇਹ ਹੁੰਦੀ ਹੈ, ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਕਿ ਬੰਦਾ ਤਾਂ ਸੋਚਦਾ ਹੈ ਵੀ ਪਤਾ ਨਹੀਂ ਕਿੰਨੇ ਸਾਲ ਹਾਲੇ ਮੇਰੇ ਪਏ ਹਨ ਜ਼ਿੰਦਗੀ ਦੇ। ਘੱਟੋ ਘੱਟ ਨਹੀਂ ਆਪਾਂ 50 ਸਾਲ ਦੀ ਤਾਂ ਉਮੀਦ ਲੈ ਕੇ ਚੱਲਦੇ ਹਾਂ, 50 ਜਾਂ 60 ਸਾਲ ਤਾਂ ਸਾਡੇ ਕੋਲ ਜੀਵਨ ਹੈ, ਇਹ ਉਮੀਦ ਲੈ ਕੇ ਚੱਲਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਵੀ ਜਦੋਂ ਤੂੰ ਇਹ ਉਮੀਦ ਲੈ ਕੇ ਚੱਲਦਾ ਹੈ ਨਾ ਵੀ ਮੇਰੇ ਕੋਲ ਬਹੁਤ ਲੰਮਾ ਸਮਾਂ ਪਿਆ ਹੈ, ਬਸ ਇੱਥੋਂ ਹੀ ਕੰਮ ਖਰਾਬ ਹੋ ਜਾਂਦਾ ਹੈ ਤੇ ਉਦੋਂ ਹੀ ਤੂੰ ਮਾੜੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਨਾਮ ਜਪਣਾ, ਬਾਣੀ ਪੜ੍ਹਨੀ, ਇਸ ਨੂੰ ਗੁਰੂ ਦੇ ਉਪਦੇਸ਼ ਨੂੰ ਪਿੱਛੇ ਛੱਡ ਦਿੰਦਾ ਹੈ ਕਿ ਕੋਈ ਗੱਲ ਨਹੀਂ, ਸਮਾਂ ਬਹੁਤ ਪਿਆ ਹੈ, ਇਹ ਭਲੇ ਕਰਮ ਕਰਨੇ ਜਾਂ ਗੁਰੂ ਦਾ ਉਪਦੇਸ਼ ਬਾਅਦ ਵਿੱਚ ਮੰਨ ਲਵਾਂਗਾ, ਹਾਲੇ ਤਾਂ ਖਾਣ ਪੀਣ ਦੀ, ਹੱਸਣ ਖੇਡਣ ਦੀ ਉਮਰ ਹੈ। ਇਸ ਤਰੀਕੇ ਦੀ ਸੋਚ ਜਦੋਂ ਮਨੁੱਖ ਲੈ ਕੇ ਚੱਲਦਾ ਹੈ ਤਾਂ ਸਤਿਗੁਰੂ ਜੀ ਸਮਝਾਉਂਦੇ ਨੇ, ਪਾਤਸ਼ਾਹ ਕਹਿੰਦੇ ਵੀ ਭਲਿਆ ਤੈਨੂੰ ਇਹ ਥੋੜ੍ਹੀ ਪਤਾ ਹੈ ਵੀ ਮੇਰੇ ਆਉਣ ਵਾਲਾ ਸਮਾਂ ਕਿੰਨਾ ਕੁ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਡਰਾਉਂਦੇ ਨਹੀਂ, ਸਤਿਗੁਰੂ ਜੀ ਸਮਝਾਉਂਦੇ ਹਨ ਕਿ ਤੇਰਾ ਜੀਵਨ ਕਿਸੇ ਹੱਦ ਦੇ ਵਿੱਚ ਹੈ, ਕੋਈ ਹੱਦ ਹੈ ਤੇਰੇ ਜੀਵਨ ਦੀ। ਇਹ ਨਹੀਂ ਕਿ ਤੂੰ ਅਨਲਿਮਿਟਿਡ ਹੈ ਵੀ ਜਿੰਨਾ ਚਿਰ ਜੀਉਣਾ ਚਾਹੇ ਤੂੰ ਜੀ ਸਕਦਾ ਹੈ। ਪਾਤਸ਼ਾਹ ਕਹਿੰਦੇ ਨਹੀਂ, ਤੇਰੇ ਜੀਵਨ ਦੀ ਕੋਈ ਹੱਦ ਹੈ। ਜੇ ਜਨਮ ਹੋਇਆ ਹੈ ਫਿਰ ਮੌਤ ਵੀ ਹੋਏਗੀ। ਜੀਵਨ ਕਿਸ ਨੂੰ ਆਖਦੇ ਹਨ? ਜਨਮ ਤੋਂ ਲੈ ਕੇ ਮੌਤ ਦੇ ਵਿਚਲਾ ਜਿਹੜਾ ਸਮਾਂ ਹੈ ਉਸ ਨੂੰ ਜੀਵਨ ਕਿਹਾ ਜਾਂਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰ-ਬਾਰ ਗੁਰਬਾਣੀ ਦੇ ਰਾਹੀਂ, ਆਪਣੇ ਪਾਵਨ ਸ਼ਬਦਾਂ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਤੇਰਾ ਜੀਵਨ ਜਿਹੜਾ ਚੱਲਿਆ ਹੈ ਨਾ, ਜਨਮ ਤੋਂ ਲੈ ਕੇ ਹੁਣ ਤੂੰ ਜਿੰਨੇ ਸਾਲ ਦਾ ਹੋ ਚੁੱਕਾ ਹੈ, ਕਦੇ ਸੋਚ ਕੇ ਦੇਖ, ਉਸ ਜੀਵਨ ਦਾ ਹਿਸਾਬ ਕਰਕੇ ਦੇਖ ਵੀ ਤੂੰ ਕਿੰਨੇ ਕੁ ਭਲੇ ਕਰਮ ਕੀਤੇ ਹਨ, ਕਿੰਨਾ ਕੁ ਰੱਬ ਦੇ ਨੇੜੇ ਹੋਇਆ ਹੈ, ਕਿੰਨਾ ਕੁ ਤੂੰ ਗੁਰੂ ਦਾ ਉਪਦੇਸ਼ ਹੁਣ ਤੱਕ ਮੰਨਿਆ ਹੈ। ਬਸ ਇਹੀ ਚੀਜ਼ ਸਤਿਗੁਰੂ ਜੀ ਸਮਝਾਉਂਦੇ ਨੇ, ਕਦੇ ਤੂੰ ਆਪਣੇ
ਜੀਵਨ ਤੇ ਝਾਤ ਤਾਂ ਮਾਰਿਆ ਕਰ, ਤੈਨੂੰ ਪਤਾ ਤਾਂ ਲੱਗੇਗਾ। ਤੂੰ ਸਵੇਰ ਤੋਂ ਲੈ ਕੇ ਜਦੋਂ ਸ਼ਾਮਾਂ ਤੱਕ ਆਪਣਾ ਕਾਰੋਬਾਰ ਕਰਦਾ ਹੈ, ਦੁਕਾਨਦਾਰ ਵੀਰ, ਕੋਈ ਬਿਜ਼ਨਸਮੈਨ ਵੀਰ ਜਿਹੜੇ ਹਨ, ਉਹ ਜਦੋਂ ਕਾਰੋਬਾਰ ਕਰਦੇ ਹਨ, ਉਹ ਕੋਈ ਰੋਜ਼ਾਨਾ ਹਿਸਾਬ ਕਰਦਾ ਹੈ, ਕੋਈ ਵੀਕ ਤੇ ਹਿਸਾਬ ਕਰਦਾ ਹੈ, ਵੀਕਐਂਡ ਤੇ, ਕੋਈ ਮਹੀਨੇ ਬਾਅਦ ਹਿਸਾਬ ਕਰੇਗਾ। ਤੂੰ ਦੱਸ ਵੀ ਤੂੰ ਆਪਣੇ ਜੀਵਨ ਦਾ ਕਦੇ ਹਿਸਾਬ ਕੀਤਾ? ਕਦੇ ਦੇਖਿਆ ਕਿ ਮੈਂ ਆਪਣੇ ਜੀਵਨ ਦੇ ਵਿੱਚ ਕਿੰਨੇ ਕੁ ਭਲੇ ਕਰਮ ਕੀਤੇ ਹਨ, ਕਿਸ ਥਾਂ ਤੇ ਮੈਂ ਖੜਾ, ਕਿਸ ਅਵਸਥਾ ਵਿੱਚ ਹਾਂ? ਕਾਰਨ ਇਸ ਦਾ ਇੱਕੋ ਹੈ, ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਆਹ ਸਰੀਰ ਦੇ ਦਿੱਤਾ, ਸਾਡੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸਾਨੂੰ ਹਰ ਇੱਕ ਚੀਜ਼ ਦਿੱਤੀ। ਸਾਨੂੰ ਰੋਸ਼ਨੀ ਤੇ ਤਪਸ਼ ਦੇਣ ਵਾਸਤੇ ਸੂਰਜ ਫ੍ਰੀ ਦੇ ਦਿੱਤਾ, ਹਵਾ ਫ੍ਰੀ ਦੇ ਦਿੱਤੀ, ਪਾਣੀ ਸਾਨੂੰ ਅਮੋਲਕ ਵਸਤੂ ਦੇ ਦਿੱਤੀ। ਫਿਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਬੇਅੰਤ ਬਰਕਤਾਂ ਦਿੱਤੀਆਂ ਹਨ, ਬੇਅੰਤ ਦਾਤਾਂ ਦਿੱਤੀਆਂ ਹਨ। ਪਰ ਇੰਨਾ ਕੁਝ ਦੇਣ ਦੇ ਬਾਵਜੂਦ ਵੀ ਅਸੀਂ ਪਰਮਾਤਮਾ ਦਾ ਕਦੇ ਸ਼ੁਕਰਾਨਾ ਨਹੀਂ ਕਰਦੇ, ਬੇਸ਼ੁਕਰੇ ਹੋ ਕੇ ਜ਼ਿੰਦਗੀ ਜਿਉਂਦੇ ਹਾਂ। ਇਸ ਦਾ ਕਾਰਨ ਕਦੇ ਸੋਚ ਕੇ ਦੇਖੋ ਵੀ ਕੀ ਕਾਰਨ ਹੈ? ਅਸੀਂ ਕਿਉਂ ਰੱਬ ਦਾ ਕਦੇ ਸ਼ੁਕਰਾਨਾ ਨਹੀਂ ਕਰਦੇ? ਜੋ ਕੁਝ ਨਹੀਂ ਮਿਲਿਆ, ਕਿਸੇ ਵੱਲ ਦੇਖ ਕੇ ਅਸੀਂ ਉਲਾਮੇ ਤਾਂ ਜ਼ਰੂਰ ਦਿੰਦੇ ਹਾਂ ਰੱਬ ਨੂੰ, ਪਰ ਉਸ ਦਾ ਸ਼ੁਕਰਾਨਾ ਕਿਉਂ ਨਹੀਂ ਕਰਦੇ? ਉਸ ਨੇ ਸਾਨੂੰ ਏਡਾ ਕੀਮਤੀ ਜੀਵਨ ਦਿੱਤਾ, ਅਸੀਂ ਫਿਰ ਵੀ ਉਸ ਦਾ ਸ਼ੁਕਰਾਨਾ ਨਹੀਂ ਕਰਦੇ। ਅਸੀਂ ਸਾਨੂੰ ਮਨੁੱਖਾ ਦੇਹ ਹੀ ਦਿੱਤੀ ਹੈ ਉਸ ਮਾਲਕ ਨੇ, ਅਸੀਂ ਉਸ ਦਾ ਸ਼ੁਕਰਾਨਾ ਨਹੀਂ ਕਰਦੇ। ਇਸ ਦਾ ਮਤਲਬ ਅਸੀਂ ਇਸ ਜੀਵਨ ਦੀ ਕੀਮਤ ਨਹੀਂ ਜਾਣਦੇ, ਕਿਉਂਕਿ ਕਦਰ ਉਸੇ ਚੀਜ਼ ਦੀ ਜ਼ਿਆਦਾ ਪੈਂਦੀ ਹੈ ਜਿਸ ਦੀ ਕੀਮਤ ਜ਼ਿਆਦਾ ਹੋਵੇ। ਜਦੋਂ ਬੰਦੇ ਨੂੰ ਪਤਾ ਲੱਗ ਜਾਏ ਨਾ ਵੀ ਇਸ ਵਸਤੂ ਦੀ ਕੀਮਤ ਬੜੀ ਜ਼ਿਆਦਾ ਹੈ, ਫਿਰ ਉਸ ਦੀ ਉਹ ਕਦਰ ਵੀ ਜ਼ਿਆਦਾ ਕਰਦਾ ਹੈ। ਜਿੰਨਾ ਚਿਰ ਵਸਤੂ ਦੀ ਕੀਮਤ ਦਾ ਨਹੀਂ ਪਤਾ, ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਵੀ ਆਪਾਂ ਦੇਖਾਂਗੇ, ਕਈ ਵਾਰੀ ਐਸੀਆਂ ਵਸਤੂਆਂ ਹੁੰਦੀਆਂ ਹਨ, ਜਾਂ ਘਰਾਂ ਦੀ ਗੱਲ ਤਾਂ ਛੱਡੀਏ, ਆਪਾਂ ਧਾਰਮਿਕ ਸਥਾਨਾਂ ਤੇ ਦੇਖ ਲਈਏ, ਜਿਸ ਤਰ੍ਹਾਂ ਸੰਗਤ ਕਈ ਚੀਜ਼ਾਂ ਲੈ ਕੇ ਆਏਗੀ, ਕਈ ਪਦਾਰਥ ਲੈ ਕੇ ਆਏਗੀ, ਉਹ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਆ ਜਾਣਗੇ, ਫਿਰ ਉਹਨਾਂ ਚੀਜ਼ਾਂ ਦੀ ਬੇਕਦਰੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਚੀਜ਼ਾਂ ਦੀ ਫਿਰ ਕੋਈ ਕੀਮਤ, ਕੋਈ ਕਦਰ ਨਹੀਂ ਕਰਦਾ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉਹ ਚੀਜ਼ਾਂ ਆ ਗਈਆਂ, ਫਿਰ ਉਹਨਾਂ ਦੀ ਵੈਲਿਊ ਘਟ ਗਈ, ਫਿਰ ਬੇਕਦਰੀ ਹੁੰਦੀ ਹੈ। ਪਰ ਜਿਸ ਵਕਤ ਉਹੀ ਚੀਜ਼ਾਂ ਆਉਣੀਆਂ ਬੰਦ ਹੋ ਜਾਣ ਨਾ, ਫਿਰ ਉਸ ਇੱਕ ਇੱਕ ਚੀਜ਼ ਦੀ ਕੀਮਤ ਦਾ ਸਾਨੂੰ ਪਤਾ ਲੱਗੇਗਾ, ਫਿਰ ਉਸ ਦੀ ਕਦਰ ਵੀ ਕਰਾਂਗੇ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਦੇਖੋ ਮਾਹੌਲ ਕੈਸਾ ਬਣਿਆ ਪਿਆ ਹੈ। ਆਕਸੀਜਨ ਤੋਂ ਬਗੈਰ ਮਨੁੱਖ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਆਕਸੀਜਨ ਦੀ ਕੀਮਤ ਦਾ ਸਾਨੂੰ ਨਹੀਂ ਪਤਾ ਲੱਗਾ ਵੀ ਕਿੰਨੀ ਕੁ ਕੀਮਤ ਹੈ, ਕਿੰਨੀ ਕੁ ਕੀਮਤੀ ਦਾਤ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਹੈ। ਪਾਣੀ ਦੀ ਕੀਮਤ ਅਸੀਂ ਭੁੱਲ ਗਏ, ਹਵਾ ਦੀ ਕੀਮਤ ਅਸੀਂ ਭੁੱਲ ਗਏ, ਹਰ ਇੱਕ ਚੀਜ਼ ਨੂੰ ਅਸੀਂ ਗੰਧਲਾ ਬਣਾ ਦਿੱਤਾ। ਹਵਾ ਵੀ ਇੰਡੀਆ ਦੇ ਵਿੱਚ ਖਾਸ ਕਰਕੇ ਦੇਖੀਏ ਕਿੰਨਾ ਪ੍ਰਦੂਸ਼ਣ, ਕਿੰਨਾ ਪੋਲਿਊਸ਼ਨ ਹੈ। ਫਿਰ ਆਪਾਂ ਦੇਖੀਏ ਪਾਣੀ ਪੀਣ ਯੋਗ ਨਹੀਂ ਰਿਹਾ, ਫਿਲਟਰ ਤੋਂ ਬਗੈਰ ਆਪਾਂ ਪੀ ਨਹੀਂ ਸਕਦੇ ਪਾਣੀ ਵੀ ਗੰਦਾ ਕਰ ਦਿੱਤਾ, ਹਵਾ ਵੀ ਗੰਦੀ ਕਰ ਦਿੱਤੀ, ਪੇੜ ਕੱਟ ਦਿੱਤੇ, ਰੁੱਖ ਕੱਟ ਦਿੱਤੇ, ਆਕਸੀਜਨ ਦੀ ਕਮੀ। ਵੇਖੋ ਕਿੰਨੇ ਸਿਆਣੇ ਸਨ ਸਾਡੇ ਬਜ਼ੁਰਗ ਸਨ ਨਾ ਪਹਿਲੇ, ਉਹਨਾਂ ਨੇ ਦੇਖਿਆ ਨਾ ਵੀ ਬੋਹੜ ਦਾ ਰੁੱਖ ਤੇ ਪਿੱਪਲ ਦਾ ਰੁੱਖ 24 ਘੰਟੇ ਸਾਨੂੰ ਆਕਸੀਜਨ ਦਿੰਦੇ ਹਨ। ਉਹਨਾਂ ਨੇ ਕਹਿ ਦਿੱਤਾ ਸੀ ਪਹਿਲਾਂ ਹੀ ਵੀ ਇਹ ਦੇਵਤਾ ਹੁੰਦੇ ਹਨ, ਇਹਨਾਂ ਨੂੰ ਕੱਟਿਓ ਨਾ, ਇਹਨਾਂ ਨੂੰ ਬਾਲਿਓ ਨਾ। ਪਰ ਅਸੀਂ ਐਸੇ ਬੇਸਮਝ ਮਨੁੱਖ ਸਾਂ, ਮਨੁੱਖ ਨੇ ਉਹਨਾਂ ਦੀ ਪੂਜਾ ਤਾਂ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਪਾਣੀ ਦੇਣ ਦੀ ਬਜਾਏ ਉਹਨਾਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਧਾਗੇ ਮੋਲੀਆਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ। ਪਰ ਅਸਲ ਜਿਹੜਾ ਉਹਨਾਂ ਦਾ ਮਕਸਦ ਸੀ ਨਾ ਬਜ਼ੁਰਗਾਂ ਦਾ, ਉਹ ਨਹੀਂ ਸਮਝ ਸਕੇ। ਬਸ ਇੱਥੋਂ ਹੀ ਕਮੀ ਰਹਿ ਗਈ। ਜਿਸ ਵਕਤ ਜਿਸ ਚੀਜ਼ ਦੀ ਘਾਟ ਹੁੰਦੀ ਹੈ ਨਾ, ਉਸ ਦੀ ਕਦਰ ਵੀ ਉਦੋਂ ਹੀ ਪੈਂਦੀ, ਉਸ ਦੀ ਕੀਮਤ ਦਾ ਵੀ ਉਦੋਂ ਹੀ ਪਤਾ ਲੱਗਦਾ ਹੈ। ਜਿਸ ਤਰ੍ਹਾਂ ਸਾਡੇ ਮਾਂ ਪਿਓ ਹਨ, ਜਿੰਨਾ ਚਿਰ ਤਾਂ ਮਾਂ ਬਾਪ ਸਾਡੇ ਪਾਸ ਹੋਣਗੇ, ਤੇ ਕਈ ਵਾਰੀ ਅਸੀਂ ਉਹਨਾਂ ਦੀ ਵੀ ਕਦਰ ਨਹੀਂ ਕਰਦੇ, ਕਿਉਂਕਿ ਸਾਨੂੰ ਉਹਨਾਂ ਦੀ ਕੀਮਤ ਦਾ ਹੀ ਨਹੀਂ ਪਤਾ।
ਪਰ ਜਿਨ੍ਹਾਂ ਦੇ ਮਾਂ-ਬਾਪ ਚਲੇ ਜਾਂਦੇ ਹਨ ਨਾ, ਉਸ ਤੋਂ ਬਾਅਦ ਪਤਾ ਲੱਗਦਾ ਹੈ ਵੀ ਮਾਂ-ਬਾਪ ਦੀ ਕੀ ਕੀਮਤ ਸੀ। ਫਿਰ ਪਤਾ ਲੱਗਦਾ ਹੈ। ਜਿਸ ਪਾਸੇ ਨੂੰ, ਜਿਸ ਪੱਖ ਤੋਂ ਮਰਜ਼ੀ ਇਸ ਚੀਜ਼ ਨੂੰ ਦੇਖ ਲਈਏ, ਵੀ ਜਦੋਂ ਸਾਡੇ ਕੋਲ ਕੋਈ ਸਾਨੂੰ ਆਸਾਨੀ ਨਾਲ ਕੋਈ ਚੀਜ਼ ਮਿਲ ਗਈ, ਬਹੁਤ ਜ਼ਿਆਦਾ ਮਾਤਰਾ ਵਿੱਚ ਪ੍ਰਾਪਤ ਹੋ ਗਈ, ਉਸ ਦੀ ਕਦਰ ਕਰਨੀ ਅਸੀਂ ਛੱਡ ਦਿੰਦੇ ਹਾਂ। ਸਾਨੂੰ ਜੀਵਨ ਮਿਲ ਗਿਆ, ਸਾਨੂੰ ਸਵਾਸ ਮਿਲ ਗਏ, ਅਸੀਂ ਇਸ ਜੀਵਨ ਦੀ ਕਦੇ ਕਦਰ ਨਹੀਂ ਕੀਤੀ, ਕਿਉਂਕਿ ਸਾਨੂੰ ਇਹਨਾਂ ਸਵਾਸਾਂ ਦੀ ਕੀਮਤ ਦਾ ਨਹੀਂ ਪਤਾ। ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਇੱਕ ਇੱਕ ਸਵਾਸ ਵਾਸਤੇ ਤਰਲੇ ਲੈ ਰਹੇ ਹਨ ਕਿ ਸਾਨੂੰ ਕੋਈ ਆਕਸੀਜਨ ਦਾ ਸਿਲੰਡਰ ਮਿਲ ਜਾਏ ਤੇ ਸਾਡਾ ਬੰਦਾ ਬਚ ਜਾਏ। ਸਵਾਸਾਂ ਦੀ ਕੀਮਤ ਹੈ ਨਾ। ਕਹਿੰਦੇ ਇੱਕ ਵਾਰੀ ਇੱਕ ਬੜਾ ਅਮੀਰ ਬੰਦਾ, ਜਿਸ ਨੇ ਸਾਰੀ ਜ਼ਿੰਦਗੀ ਬੜੀ ਕਠਿਨ ਮਿਹਨਤ ਕੀਤੀ, ਆਖਿਰਕਾਰ ਉਸ ਦੀ ਮਿਹਨਤ ਨੂੰ ਭਾਗ ਲੱਗੇ, ਬੜਾ ਧੰਨਵਾਨ ਉਹ ਬਣਿਆ, ਤੇ ਜਦੋਂ ਬਿਮਾਰ ਹੋਇਆ ਤੇ ਵੱਡੇ ਹਸਪੀਟਲ ਦੇ ਵਿੱਚ ਲੈ ਗਏ, ਅਗਲੇ ਬੱਚੇ ਲੈ ਗਏ। ਕਹਿੰਦੇ ਜਦੋਂ ਦਾਖਲ ਕਰਵਾਇਆ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਅਸੀਂ ਇਸ ਨੂੰ ਬਚਾ ਨਹੀਂ ਸਕਦੇ। ਆਖਿਰਕਾਰ ਉਸ ਇਨਸਾਨ ਦੀ ਮੌਤ ਹੋ ਗਈ। ਕਹਿੰਦੇ ਵੀ ਉਹ ਹੁਣ ਜਿਹੜੇ ਉਸਦੇ ਬੱਚੇ ਸੀ ਬੜਾ ਪ੍ਰੇਮ ਕਰਦੇ ਸਨ, ਤੇ ਕਹਿੰਦੇ ਵੀ ਸਾਡੇ ਬਾਪੂ ਨੇ ਬੜੀ ਮਿਹਨਤ ਕੀਤੀ, ਬਹੁਤ ਰੁਪਈਆ ਧਨ ਦੌਲਤ ਬਹੁਤ ਕਮਾਇਆ, ਤੁਸੀਂ ਇੰਝ ਕਰੋ ਵੀ ਸਾਡੇ ਬਾਪੂ ਦੇ ਵਿੱਚ ਕੁਝ ਕੁ ਸਵਾਸ, ਕੁਝ ਮਿੰਟਾਂ ਵਾਸਤੇ ਸਵਾਸ ਪਾ ਦਿਓ, ਤੇ ਜਿੰਨੀ ਸਾਡੇ ਬਾਪੂ ਨੇ ਕਮਾਈ ਕੀਤੀ ਹੈ ਨਾ, ਉਸ ਚੋਂ ਚੌਥਾ ਹਿੱਸਾ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ। ਤੇ ਡਾਕਟਰ ਕਹਿੰਦੇ ਵੀ ਇਹ ਤਾਂ ਹੋ ਨਹੀਂ ਸਕਦਾ। ਕਹਿੰਦੇ ਵੀ ਚਲੋ ਅੱਧਾ ਹਿੱਸਾ ਤੁਹਾਨੂੰ ਦੇ ਦਿਆਂਗੇ। ਉਹ ਕਹਿੰਦੇ ਭਾਵੇਂ ਤੁਸੀਂ ਸਾਰੀ ਕਮਾਈ ਕਿਉਂ ਨਾ ਦਿਓ, ਇਸ ਦੇ ਵਿੱਚ ਅਸੀਂ ਇੱਕ ਵੀ ਸਵਾਸ ਨਹੀਂ ਪਾ ਸਕਦੇ। ਫਿਰ ਪਤਾ ਲੱਗਾ ਨਾ ਵੀ ਸਵਾਸ ਦੀ ਕੀਮਤ ਕੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ। ਪਾਤਸ਼ਾਹ ਕਹਿੰਦੇ ਤੈਨੂੰ ਸਰੀਰ ਮਿਲ ਗਿਆ, ਤੈਨੂੰ ਘਰ-ਬਾਰ, ਤੈਨੂੰ ਧਨ ਦੌਲਤ, ਤੈਨੂੰ ਰਿਸ਼ਤੇਦਾਰ, ਤੈਨੂੰ ਮਾਤਾ ਪਿਤਾ, ਤੈਨੂੰ ਬੱਚੇ, ਹਰ ਇੱਕ ਦਾਤ ਰੱਬ ਨੇ ਤੈਨੂੰ ਦੇ ਦਿੱਤੀ, ਪਰ ਤੂੰ ਉਸ ਦਾ ਗੁਣ ਨਹੀਂ ਗਾ ਸਕਿਆ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨਾ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੂੰ ਕੀ ਸੀ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੈ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉੱਪਰ ਸਾਖ ਸੈਨ, ਮੁਖ ਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਖੋ ਤੋ ਨਾਨਕ ਸੀਜੈ। ਇਨਸਾਨ ਐਸਾ ਬੇਸਮਝ ਹੈ, ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੀ ਇਹ ਕੀਮਤ ਨਹੀਂ ਜਾਣਦਾ, ਇਹ ਕਦਰ ਨਹੀਂ ਕਰਦਾ। ਤੇਰਾ ਜੀਵਨ ਜਿਹੜਾ ਹੈ ਰੱਬ ਦੀ ਬਖਸ਼ਿਸ਼ ਹੈ। ਪਾਤਸ਼ਾਹ ਕਹਿੰਦੇ ਪਰ ਇਸ ਜੀਵਨ ਦੇ ਵਿੱਚ ਤੂੰ ਇਸ ਦੀ ਕਦਰ ਨਹੀਂ ਨਾ ਕੀਤੀ, ਤੂੰ ਭਲੇ ਕਰਮ ਨਹੀਂ ਕਰ ਰਿਹਾ, ਗੁਰੂ ਦੇ ਕਹਿਣੇ ਵਿੱਚ ਜ਼ਿੰਦਗੀ ਨਹੀਂ ਜੀ ਰਿਹਾ। ਪਾਤਸ਼ਾਹ ਕਹਿੰਦੇ ਆ ਸਰੀਰ ਤਾਂ ਇੱਕ ਦਿਨ ਬਿਰਸ ਜਾਏਗਾ, ਇਹ ਤਾਂ ਮਿੱਥਿਆ ਹੈ, ਇਹ ਤਾਂ ਨਾਸ਼ਵੰਤ ਹੈ। ਸਾਧੋ ਇਹ ਤਨ ਮਿਥਿਆ ਜਾਨੋ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਨਾ, ਕਬੀਰ ਮਾਟੀ ਕੇ ਹਮ ਉਤਰੇ, ਮਾਨਸ ਰਾਖਿਓ ਨਾਉ, 4 ਦਿਵਸ ਕੇ ਪਾਉਨੇ ਵੱਡ ਵੱਡ ਰੋਂਦੇ ਪਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੀ ਹੋਇਆ ਜੇ ਤੈਨੂੰ ਜੀਵਨ ਦੇ ਵਿੱਚ 50-60 ਸਾਲ ਮਿਲੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭਾਵੇਂ ਤੈਨੂੰ 100 ਸਾਲ ਦੀ ਜ਼ਿੰਦਗੀ ਕਿਉਂ ਨਾ ਮਿਲ ਜਾਏ, ਜੇ ਰੱਬ ਦੇ ਸ਼ੁਕਰਾਨੇ ਵਿੱਚ ਉਹ ਜੀਵਨ ਨਹੀਂ ਤੂੰ ਜੀਵਿਆ ਤੇ ਫਿਰ ਉਸ ਦਾ ਤੈਨੂੰ ਲਾਭ ਕੀ। ਇਹ ਸਰੀਰ ਭਾਵੇਂ 100 ਸਾਲ ਤੱਕ ਜਿਉਂਦਾ ਰਹੇ ਨਾ, ਆਖਰਕਾਰ ਫਰੀਦ ਸਾਹਿਬ ਜੀ ਕਹਿੰਦੇ ਇਸਨੇ ਮਿੱਟੀ ਵਿੱਚੋਂ ਇਹ ਉਪਜਿਆ ਤੇ ਮਿੱਟੀ ਇਸਨੇ ਹੋ ਜਾਣਾ ਹੈ। ਕਿੰਨਾ ਚੰਗਾ ਹੋਵੇ ਵੀ ਜਿੰਨਾ ਤੇਰੇ ਹੁਣ ਜਿਹੜੇ ਤੇਰੇ ਅੰਦਰ ਸਵਾਸ ਚੱਲ ਰਹੇ ਹਨ ਨਾ, ਤੇਰਾ ਜੀਵਨ ਚੱਲ ਰਿਹਾ ਹੈ, ਇਸੇ ਦੀ ਸੰਭਾਲ ਕਰਨੀ ਤੂੰ ਸ਼ੁਰੂ ਕਰ ਦੇ, ਨਹੀਂ ਤਾਂ ਹਾਲਤ ਇਹੋ ਜਿਹੀ ਹੋ ਜਾਂਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇਹ,
ਜੇ 100 ਵਰਿਆਂ ਜੀਵਨਾ ਭੀ ਤਨ ਹੋ ਸੀਖੇ। ਸਰੀਰ ਤਾਂ ਇੱਕ ਦਿਨ ਮਿੱਟੀ ਹੋ ਹੀ ਜਾਏਗਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਡਰਾਉਣ ਵਾਸਤੇ ਨਹੀਂ, ਜਾਂ ਭਗਤ ਸਾਹਿਬਾਨ ਜਾਂ ਬਾਕੀ ਗੁਰੂ ਸਾਹਿਬਾਨ ਡਰਾਉਣ ਵਾਸਤੇ ਮੌਤ ਦਾ ਜ਼ਿਕਰ ਨਹੀਂ ਕਰਦੇ, ਸਾਨੂੰ ਜਗਾਉਣ ਵਾਸਤੇ ਕਰਦੇ ਹਨ ਵੀ ਸਾਡੀ ਸੁੱਤੀ ਹੋਈ ਸੁਰਤ ਕਿਤੇ ਜਾਗ ਪਵੇ। ਪਾਤਸ਼ਾਹ ਕਹਿੰਦੇ ਸਾਧ ਇਹ ਤਨ ਮਿਥਿਆ ਜਾਨੋ, ਯਾ ਪੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ ਰਹਾਉ। ਇਸ ਸਰੀਰ ਦੇ ਅੰਦਰ ਜਿਹੜੀ ਜੋਤ ਵਸ ਰਹੀ ਹੈ, ਜਿਸ ਨੂੰ ਆਤਮਾ ਵੀ ਕਿਹਾ ਗਿਆ, ਜਿਸ ਨੂੰ ਹੰਸ ਵੀ ਕਿਹਾ ਗਿਆ, ਕਈ ਪ੍ਰਕਾਰਾਂ ਦੇ ਨਾਮ ਦਿੱਤੇ ਗਏ, ਜਿਸ ਨੂੰ ਸਤਿਗੁਰੂ ਜੀ ਨੇ ਕਿਹਾ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਨਾਸ਼ਵੰਤ ਹੈ, ਤੇ ਜਿਹੜਾ ਇਸ ਦੇ ਅੰਦਰ ਵਸ ਰਿਹਾ ਹੈ ਨਾ ਆਤਮਾ, ਜੀਵ ਆਤਮਾ, ਉਹ ਪਰਮਾਤਮਾ ਦੀ ਅੰਸ਼ ਹੈ। ਤੇ ਸਤਿਗੁਰੂ ਜੀ ਕਹਿੰਦੇ ਉਸੇ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਜਿਹੜਾ ਪਰਮਾਤਮਾ ਹੈ, ਜਿਸ ਦੀ ਇਹ ਅੰਸ਼ ਹੈ। ਸਰੀਰ ਵਿਰਸ ਜਾਂਦਾ ਹੈ, ਪਰ ਅੰਦਰ ਵਾਲਾ ਜਿਹੜਾ ਬੋਲ ਰਿਹਾ ਹੈ ਨਾ, ਉਹ ਨਹੀਂ ਵਿਰਸਦਾ, ਕਿਉਂਕਿ ਉਹ ਉਸ ਦੀ ਅੰਸ਼ ਹੈ। ਇਹ ਜਗ ਹੈ ਸੰਪਤ ਸੁਪਨੇ ਕੀ, ਦੇਖ ਕਹਾਂ ਐ ਡਾਨੋ। ਸਤਿਗੁਰੂ ਜੀ ਕਹਿੰਦੇ ਇਹ ਜਗਤ ਦੇ ਵਿੱਚ ਜਿੰਨੇ ਤੂੰ ਧਨ ਪਦਾਰਥ ਜੋ ਕੁਝ ਵੀ ਦੇਖਦਾ ਹੈ ਨਾ, ਇਹ ਸਾਰਾ ਇਉਂ ਹੈ ਵੀ ਜਿਸ ਤਰ੍ਹਾਂ ਸੁਪਨਾ ਆਇਆ ਹੋਵੇ ਤੇ ਸੁਪਨੇ ਦੇ ਵਿੱਚ ਸਾਨੂੰ ਬਹੁਤ ਕੁਝ ਮਿਲ ਗਿਆ ਹੋਵੇ, ਪਰ ਜਦੋਂ ਸੁਪਨਾ ਟੁੱਟਦਾ ਹੈ, ਬੰਦਾ ਭਾਵੇਂ ਭਿਖਾਰੀ ਸੁੱਤਾ ਹੋਵੇ ਤੇ ਸੁਪਨੇ ਦੇ ਵਿੱਚ ਬਣ ਜਾਏ ਰਾਜਾ, ਤੇ ਉੱਠਣ ਸਾਰ ਉਹ ਆਖੇ ਵੀ ਮੈਂ ਹੁਣ ਹੁਕਮ ਚਲਾਵਾਂ ਸਭ ਤੇ ਮੈਂ ਤਾਂ ਰਾਜਾ ਹਾਂ, ਇਹ ਤਾਂ ਉਸ ਦੀ ਬੇਵਕੂਫੀ ਹੋਏਗੀ ਨਾ। ਪਾਤਸ਼ਾਹ ਕਹਿੰਦੇ ਉਹ ਤਾਂ ਸੁਪਨੇ ਵਿੱਚ ਸੀ। ਸੁਪਨਾ ਕਦੇ ਵੀ ਸੱਚ ਨਹੀਂ ਹੁੰਦਾ। ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਸੁਪਨੇ ਦੇ ਨਾਲ ਤਾਂ ਚਿੱਤ ਲਾਉਣ ਵਾਲਾ ਬੰਦਾ ਮੂਰਖ ਹੋਏਗਾ। ਸਤਿਗੁਰੂ ਜੀ ਕਹਿੰਦੇ ਜਿੰਨਾ ਕੁਝ ਤੇਰੇ ਪਾਸ ਹੈ, ਤੇਰੇ ਆਲੇ ਦੁਆਲੇ ਹੈ ਨਾ, ਇਹ ਸਾਰਾ ਕੁਝ ਇੱਕ ਸੁਪਨੇ ਦੀ ਨਿਆਈ ਹੈ। ਇਹ ਵੱਖਰੀ ਗੱਲ ਕਿ ਜਦੋਂ ਤੂੰ ਰਾਤ ਨੂੰ ਸੌਂਦਾ ਹੈ, ਉਹ ਛੋਟੀ ਨੀਂਦ ਹੁੰਦੀ, ਉਸ ਨੂੰ ਵਿਦਵਾਨ ਸੱਜਣਾ ਨੇ ਛੋਟੀ ਮੌਤ ਵੀ ਆਖਿਆ ਹੈ, ਤੇ ਜਿਹੜੀ ਮੌਤ ਹੁੰਦੀ ਉਹ ਇੱਕ ਲੰਬੀ ਨੀਂਦ ਉਸ ਨੂੰ ਕਿਹਾ ਹੈ। ਜਦੋਂ ਬੰਦਾ ਸੌਂ ਜਾਂਦਾ ਹੈ, ਉਸ ਨੂੰ ਕੋਈ ਹੋਸ਼ ਨਹੀਂ ਹੁੰਦੀ, ਕੋਈ ਪਤਾ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਗਤ ਸੁਪਨੇ ਦੀ ਨਿਆਈ ਹੈ, ਤੇ ਜਿਸ ਦਿਨ ਤੇਰਾ ਸੁਪਨਾ ਟੁੱਟਿਆ ਫਿਰ ਤੈਨੂੰ ਪਤਾ ਲੱਗੇਗਾ ਕਿ ਮੈਂ ਤਾਂ ਸੁਪਨੇ ਦੇ ਨਾਲ ਚਿੱਤ ਜੋੜੀ ਬੈਠਾ ਸੀ। ਦੇਖ ਕਹਾਂ ਐ ਡਾਨੋ, ਜੇ ਤੈਨੂੰ ਕੋਈ 4 ਪੈਸੇ ਮਿਲ ਵੀ ਜਾਂਦੇ ਹਨ, ਤੈਨੂੰ ਕੋਈ ਬਹੁਤੇ ਥੋੜੇ ਬਹੁਤੇ ਪਦਾਰਥ ਮਿਲ ਵੀ ਜਾਂਦੇ ਹਨ, ਤੇ ਇੰਨਾ ਹੰਕਾਰ ਨਾ ਕਰਿਆ ਕਰ। ਸਤਿਗੁਰੂ ਜੀ ਸਮਝਾਉਂਦੇ ਆ ਨਾ, ਜੇ ਤੈਨੂੰ ਅਹੁਦਾ ਮਿਲ ਗਿਆ, ਜੇ ਤੇਰੇ ਕੋਲ 4 ਪੈਸੇ ਆ ਗਏ, ਤੇ ਤੂੰ ਹੰਕਾਰੀ ਨਾ ਬਣਿਆ ਕਰ। ਇਹਨਾਂ ਚੀਜ਼ਾਂ ਦਾ ਹੰਕਾਰ ਨਾ ਕਰਿਆ ਕਰ। ਕਿਉਂ? ਕਿਉਂਕਿ ਉਹ ਸੁਪਨੇ ਦੀ ਨਿਆਈ ਹੈ। ਕਈ ਵਾਰੀ ਤਾਂ ਬੰਦੇ ਨੂੰ ਜਿਉਂਦੇ ਜੀ ਛੱਡ ਕੇ ਚਲੇ ਜਾਂਦੇ ਹਨ ਪਦਾਰਥ। ਜੇ ਜਿਉਂਦੇ ਜੀ ਛੱਡ ਕੇ ਨਾ ਜਾਣ ਤੇ ਬੰਦਾ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੈ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਸੰਗ ਤਿਹਾਰੈ ਕਛੂ ਨਾ ਚਾਲੈ, ਤਾਹੇ ਕਹਾਂ ਲਪਟਾਨੋ। ਤੇਰੇ ਨਾਲ ਨਾ ਕੁਝ ਆਇਆ ਹੈ ਤੇ ਨਾ ਹੀ ਤੂੰ ਕੁਝ ਲੈ ਕੇ ਜਾਣਾ ਹੈ। ਇਹ ਧਨ ਪਦਾਰਥ ਹਨ। ਸਤਿਗੁਰੂ ਜੀ ਕਹਿੰਦੇ ਜੇ ਜਾਣਾ ਹੈ ਤੇਰੇ ਨਾਲ ਤਾਂ ਤੇਰੇ ਕੀਤੇ ਹੋਏ ਕਰਮਾਂ ਨੇ ਜਾਣਾ, ਭਾਵੇਂ ਉਹ ਤੇਰੇ ਮਾੜੇ ਕਰਮ ਹੋਣ ਤੇ ਭਾਵੇਂ ਭਲੇ ਕਰਮ ਹੋਣ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਕਰਮ ਤਾਂ ਸਾਡੇ ਜਾਣਗੇ ਨਾ ਸਾਡੇ ਨਾਲ। ਇਸ ਵਾਸਤੇ ਪਾਤਸ਼ਾਹ ਕਹਿੰਦੇ ਤੂੰ ਕਿਉਂ ਇਹਨਾਂ ਦੇ ਵਿੱਚ ਉਲਝਿਆ ਪਿਆ ਹੈ, ਕਿਉਂ ਇਹਨਾਂ ਦੇ ਨਾਲ ਤੂੰ ਇੰਨਾ ਚਿੱਤ ਜੋੜਿਆ ਹੈ। ਕਿੰਨਾ ਚੰਗਾ ਹੋਵੇ ਜੇ ਤੈਨੂੰ ਸਮਝ ਆ ਜਾਏ, ਜਿੱਥੇ ਤੂੰ ਇਹਨਾਂ ਧਨ ਪਦਾਰਥਾਂ ਦੀ, ਇਹਨਾਂ ਦੀ ਖੁਸ਼ਾਮਦ ਕਰਦਾ ਰਹਿੰਦਾ ਹੈ, ਲੋਕਾਂ ਦੀ
ਝੂਠੀ ਖੁਸ਼ਾਮਦ ਕਰਦਾ ਹੈ। ਪਾਤਸ਼ਾਹ ਕਹਿੰਦੇ ਉੱਥੇ ਤੂੰ ਰੱਬ ਦੀ ਕੀਰਤੀ ਕਰੇ, ਅਸਲ ਜੀਵਨ ਦੇ ਪ੍ਰਯੋਜਨ ਨੂੰ ਤੂੰ ਸਮਝ ਜਾਏ। ਉਸਤਤ ਨਿੰਦਾ ਦੋ ਪਰ ਹਰ ਕੀਰਤ ਉਰ ਆਨੋ। ਉਸਤਤ ਕਹਿੰਦੇ ਹਨ ਇੱਥੇ ਉਸਤਤ ਰੱਬ ਵਾਲੀ ਉਸਤਤ ਨਹੀਂ, ਇਹ ਉਸਤਤ ਹੈ ਸੰਸਾਰ ਵਾਲੀ ਉਸਤਤ। ਦੁਨੀਆ ਨਾ ਸਾਲਾਹੇ ਜੋ ਮਰ ਵੰਝਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਸਤਿਗੁਰੂ ਜੀ ਕਹਿੰਦੇ ਦੁਨੀਆ ਦੀ ਤੂੰ ਸਲੋਨਾ ਕਿਉਂ ਕਰਦਾ ਹੈ, ਇਹ ਤਾਂ ਮਿਥਿਆ ਹੈ, ਤਾਂ ਚਲੀ ਜਾਏ। ਤੂੰ ਕਿਸੇ ਦੀ ਝੂਠੀ ਸਿਫਤ ਕਿਉਂ ਕਰਦਾ ਹੈ। ਪਾਤਸ਼ਾਹ ਕਹਿੰਦੇ ਤੂੰ ਕਿਸੇ ਦੀ ਝੂਠੀ ਸਿਫਤ ਕਰਨ ਦੇ ਨਾਲੋਂ ਰੱਬ ਦੀ ਸਿਫਤ ਕਰਿਆ ਕਰ, ਜਿਹੜਾ ਧਿਆਉਣ ਯੋਗ ਹੈ। ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਤੂੰ ਉਸ ਨੂੰ ਕਹੇ ਨਾ ਵੀ ਉਹ ਸਭ ਦਾ ਪਾਲਣਹਾਰ ਹੈ, ਸਭ ਨੂੰ ਦਾਤਾਂ ਦੇਣ ਵਾਲਾ, ਤੇ ਇਹ ਕੋਈ ਝੂਠੀ ਗੱਲ ਨਹੀਂ, ਇਹ ਕੋਈ ਫੋਕੀ ਨਹੀਂ ਉਸਤਤ। ਉਹ ਵਾਕਿਆ ਹੀ ਸਭ ਨੂੰ ਪਾਲ ਰਿਹਾ ਹੈ, ਸਭ ਨੂੰ ਦਾਤਾਂ ਦਿੰਦਾ ਹੈ, ਸਭ ਦਾ ਦਾਤਾ ਹੈ। ਜਿਸ ਤਰੀਕੇ ਨਾਲ ਵੀ ਤੂੰ ਰੱਬ ਨੂੰ ਕਹੇ ਤਾਂ ਉਹ ਹਰ ਇੱਕ ਗੱਲ ਦੇ ਵਿੱਚ ਪੂਰਾ ਹੋਏਗਾ। ਪਰ ਕਿਸੇ ਇਨਸਾਨ ਦੀ ਝੂਠੀ ਸਿਫਤ ਕਰਨ ਲੱਗ ਜਾਏ, ਸਤਿਗੁਰੂ ਜੀ ਕਹਿੰਦੇ ਇਹ ਗੱਲ ਚੰਗੀ ਨਹੀਂ। ਇਹ ਹੁੰਦੀ ਹੈ ਖੁਸ਼ਾਮਦ ਤੇ ਨਿੰਦਾ। ਪਾਤਸ਼ਾਹ ਕਹਿੰਦੇ ਉਸਤਤ ਨਿੰਦਾ ਦੋ ਪਰ ਹਰ। ਨਿੰਦਾ ਕੀ ਹੁੰਦੀ ਹੈ? ਕਿਸੇ ਦੀ ਗੱਲ ਨੂੰ ਘਟਾ ਕੇ ਕਰਨਾ, ਕਿਸੇ ਇਨਸਾਨ ਨੂੰ ਬਦਨਾਮ ਕਰਨ ਵਾਸਤੇ, ਬੇਇੱਜ਼ਤ ਕਰਨ ਵਾਸਤੇ ਆਪਣੇ ਕੋਲੋਂ ਘਟਾ ਕੇ ਗੱਲ ਕਰਨੀ, ਜਾਂ ਆਪਣੇ ਕੋਲੋਂ ਕੋਈ ਐਸੀਆਂ ਗੱਲਾਂ ਜੋੜ ਕੇ ਕਰਨੀਆਂ ਵੀ ਅਗਲੇ ਦੀ ਬਦਨਾਮੀ ਹੋਵੇ। ਉਸਤਤ ਕੀ ਹੈ? ਫੋਕੀ ਕਿ ਗੱਲ ਵਧਾ ਕੇ ਕਰਨਾ। ਫੋਕੀ ਉਸਤਤ ਹੈ ਗੱਲ ਨੂੰ ਵਧਾ ਕੇ ਕਰਨਾ। ਨਿੰਦਿਆ ਕੀ ਹੈ? ਗੱਲ ਨੂੰ ਘਟਾ ਕੇ ਕਰਨਾ। ਸੱਚ ਬੋਲਣਾ ਨਾ ਫੋਕੀ ਉਸਤਤ ਹੈ ਤੇ ਨਾ ਹੀ ਨਿੰਦਿਆ ਹੈ। ਜੋ ਕੁਝ ਹੈ ਉਹ ਕੁਝ ਕਹਿ ਦੇਣਾ, ਇਹ ਨਿੰਦਿਆ ਨਹੀਂ, ਇਹ ਨਾ ਹੀ ਫੋਕੀ ਉਸਤਤ ਹੈ। ਸੱਚ ਬੋਲਣਾ ਨਾ ਫੋਕੀ ਉਸਤਤ, ਖੁਸ਼ਾਮਦ ਕਰਨੀ ਨਾ ਨਿੰਦਿਆ ਹੈ। ਸਤਿਗੁਰੂ ਜੀ ਕਹਿੰਦੇ ਇਹਨਾਂ ਦੋਨਾਂ ਗੱਲਾਂ ਨੂੰ ਛੱਡ ਹਰ ਕੀਰਤ ਉਰ ਆਨੋ। ਪਰਮਾਤਮਾ ਦੀ ਕੀਰਤੀ, ਪਰਮਾਤਮਾ ਦੀ ਸਿਫਤ ਸਲਾਹ। ਉਰ ਆਨੋ ਦਾ ਮਤਲਬ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਨੂੰ ਵਸਾ। ਜੇ ਉਸਤਤ ਕਰਨੀ ਹੈ ਰੱਬ ਦੀ ਕਰ। ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨ। ਜਿਹੜਾ ਪਰਮਾਤਮਾ, ਜਿਹੜਾ ਵਾਹਿਗੁਰੂ ਹਰ ਇੱਕ ਹਿਰਦੇ ਦੇ ਵਿੱਚ, ਹਰ ਇੱਕ ਸਰੀਰ, ਹਰ ਇੱਕ ਜੀਵ ਦੇ ਵਿੱਚ ਆਪ ਬੈਠਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਧਿਆਉਣ ਯੋਗ ਹੈ ਉਸ ਦੀ ਉਸਤਤ ਕਰਿਆ ਕਰ, ਉਸ ਦੀ ਸਿਫਤ ਸਲਾਹ ਕਰਿਆ ਕਰ, ਫਿਰ ਤੇਰਾ ਜੀਵਨ ਸਫਲ ਹੋਏ। ਅਗਲੇ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ ਬਸੰਤ ਮਹੱਲਾ ਨੌਵਾਂ। ਪਾਪੀ ਹੀ ਹੈ ਮੈਂ ਕਾਮ ਵਸਾਏ। ਹੁਣ ਰੱਬ ਦੀ ਸਿਫਤ ਸਲਾਹ ਸਾਡੇ ਅੰਦਰ ਕਿਉਂ ਨਹੀਂ ਵਸਦੀ? ਮਨੁੱਖ ਦੇ ਅੰਦਰ ਕਿਉਂ ਨਹੀਂ ਟਿਕ ਰਹੀ? ਨਾਮ ਕਿਉਂ ਨਹੀਂ ਅੰਦਰ ਟਿਕ ਰਿਹਾ? ਅਗਲੇ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ ਇਸ ਦਾ ਕਾਰਨ ਹੈ ਇੱਕ। ਉਹ ਕਾਰਨ ਕੀ ਹੈ? ਪਾਪੀ ਹੀ ਹੈ ਮੈਂ ਕਾਮ ਵਸਾਏ। ਕਿ ਇਨਸਾਨ ਨੇ ਆਪਣੇ ਅੰਦਰ ਕਾਮਨਾਵਾਂ ਨੂੰ ਬਹੁਤ ਵਸਾ ਕੇ ਰੱਖਿਆ ਹੈ, ਤੇ ਇੱਕ ਕਾਮ ਵਾਸ਼ਨਾ ਹੈ। ਪਾਤਸ਼ਾਹ ਕਹਿੰਦੇ ਇਹ ਇਨਸਾਨ ਨੂੰ ਬਹੁਤ ਸਤਾਉਂਦੀ ਹੈ। ਸਤਿਗੁਰੂ ਜੀ ਕਹਿੰਦੇ ਇਹ ਮਨ ਨੂੰ ਵੀ ਨਹੀਂ ਟਿਕਣ ਦਿੰਦੀ। ਮਨ ਚੰਚਲ ਜਾਤੇ ਗਹਿਓ ਨਾ ਜਾਏ। ਇਹ ਕਾਮ ਵਾਸ਼ਨਾ ਦੇ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਦਾ ਚੰਚਲ ਮਨ ਇਸ ਮਨੁੱਖ ਦੇ ਕਾਬੂ ਵਿੱਚ ਨਹੀਂ ਆ ਰਿਹਾ। ਮਨ ਸਾਡੇ ਕਾਬੂ ਵਿੱਚ ਨਹੀਂ ਆਉਂਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਣੈ। ਸਤਿਗੁਰੂ ਜੀ ਕਹਿੰਦੇ ਹੇ ਕਾਮ ਤੂੰ ਬੜਾ ਬਲਵਾਨ ਹੈ, ਤੂੰ ਜੀਵ ਨੂੰ ਨਰਕਾਂ ਦੇ ਵਿੱਚ ਭੇਜਣ ਵਾਲਾ ਹੈ, ਤੂੰ ਜੀਵ ਨੂੰ ਬਾਰ-ਬਾਰ ਜੂਨੀਆਂ ਦੇ ਵਿੱਚ ਪਾਉਣ ਵਾਲਾ ਹੈ, ਕਿਉਂਕਿ ਡੋਲ ਜਾਂਦੇ ਹਨ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਹੇ ਇਨਸਾਨ ਤੂੰ ਆਪਣੇ ਹਿਰਦੇ ਦੇ ਵਿੱਚ ਇਹਨਾਂ ਕਾਮਨਾਵਾਂ ਨੂੰ ਵਸਾ ਕੇ ਰੱਖਿਆ ਹੈ, ਜਿਸ ਕਰਕੇ ਤੇਰਾ ਮਨ ਥਿਰ ਨਹੀਂ ਰਹਿੰਦਾ, ਟਿਕਦਾ ਨਹੀਂ। ਇਸ ਦੇ ਵਿੱਚ ਰੱਬ ਦੀ
ਬੰਦਗੀ ਨਹੀਂ ਵਸਦੀ, ਜਿੱਥੇ ਨਾਮ ਦਾ ਵਾਸਾ ਨਹੀਂ ਹੋ ਰਿਹਾ, ਇਸ ਦਾ ਇਹ ਸਭ ਤੋਂ ਵੱਡਾ ਕਾਰਨ ਹੈ। ਫਿਰ ਪਾਤਸ਼ਾਹ ਕਹਿੰਦੇ ਇਸ ਮਨ ਨੂੰ ਕਾਬੂ ਕਰਨ ਵਾਸਤੇ ਬੜੇ ਯਤਨ ਕੀਤੇ ਗਏ। ਐਸੇ ਇਨਸਾਨ ਸਨ ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡ ਦਿੱਤਾ, ਜੰਗਲਾਂ ਦੇ ਵਿੱਚ ਜਾ ਕੇ ਟਿਕਾਣੇ ਕਰ ਲਏ, ਜਿਨ੍ਹਾਂ ਨੂੰ ਜੋਗੀ ਕਿਹਾ ਜਾਂਦਾ ਹੈ। ਕਈ ਜੰਗਮ ਤੋਂ ਭਾਵ ਜਿਹੜੇ ਸ਼ਿਵ ਦੇ ਉਪਾਸ਼ਕ ਹੁੰਦੇ ਹਨ, ਕਈ ਆਪਾਂ ਇੰਡੀਆ ਦੇ ਵਿੱਚ ਦੇਖੇ ਹੋਣਗੇ, ਆਪ ਜੀ ਨੇ ਵੀ ਉਹਨਾਂ ਨੇ ਆਪਣੀ ਪਗੜੀ ਦੇ ਉੱਪਰ ਮੋਰ ਦੇ ਖੰਭ ਲਾਏ ਹੁੰਦੇ ਨੇ, ਹੱਥ ਵਿੱਚ ਟੱਲੀ ਪਕੜੀ ਹੁੰਦੀ ਹੈ, ਉਹ ਖੜਕਾਉਂਦੇ ਹਨ, ਉਹਨਾਂ ਨੂੰ ਜੰਗਮ ਕਿਹਾ ਜਾਂਦਾ ਹੈ। ਪਾਤਸ਼ਾਹ ਕਹਿੰਦੇ ਕਈਆਂ ਨੇ ਸੰਨਿਆਸ ਧਾਰਨ ਕਰ ਲਿਆ। ਕਿਸ ਵਾਸਤੇ ਸਭ ਕੁਝ ਕੀਤਾ? ਕਿ ਅਸੀਂ ਵਿਕਾਰਾਂ ਤੇ ਕਾਬੂ ਪਾ ਸਕੀਏ, ਅਸੀਂ ਆਪਣੇ ਮਨ ਨੂੰ ਕਾਬੂ ਵਿੱਚ ਲਿਆ ਸਕੀਏ। ਪਰ ਸਤਿਗੁਰੂ ਜੀ ਕਹਿੰਦੇ ਹੋਇਆ ਕਿ ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਸ। ਭਾਵੇਂ ਕੋਈ ਜੋਗੀ ਬਣ ਗਿਆ, ਕੋਈ ਜੰਗਮ ਬਣ ਗਿਆ, ਕੋਈ ਸੰਨਿਆਸੀ ਬਣ ਗਿਆ, ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਸਭ ਕੁਝ ਛੱਡ ਤਾਂ ਦਿੱਤਾ, ਪਰ ਜਿਹੜੀ ਅਸਲ ਚੀਜ਼ ਛੱਡਣ ਵਾਲੀ ਸੀ ਨਾ, ਜਿਸ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਕਬੀਰ ਸਾਹਿਬ ਜੀ ਕਹਿੰਦੇ ਵੀ ਬੰਦਾ ਕਹੇ ਵੀ ਮੈਂ ਤਾਂ ਘਰ-ਬਾਰ ਛੱਡ ਦਿੱਤਾ ਜੀ, ਮੈਂ ਤਾਂ ਮਾਇਆ ਨੂੰ ਹੱਥ ਵੀ ਨਹੀਂ ਲਾਉਂਦਾ, ਤੇ ਕਬੀਰ ਸਾਹਿਬ ਕਹਿੰਦੇ ਕਮਾਲ ਦੀ ਗੱਲ, ਤੂੰ ਮਾਇਆ ਨੂੰ ਹੱਥ ਨਹੀਂ ਲਾਉਂਦਾ, ਆਪਣੇ ਆਪ ਤੇ ਇੰਨਾ ਹੰਕਾਰ ਕਰਦਾ ਵੀ ਮੇਰੇ ਵਰਗਾ ਤਪਸਵੀ ਕੋਈ ਨਹੀਂ, ਮੇਰੇ ਵਰਗਾ ਕੋਈ ਭਗਤ ਹੀ ਨਹੀਂ ਹੈ। ਕਬੀਰ ਸਾਹਿਬ ਜੀ ਕਹਿੰਦੇ ਜੇ ਤੂੰ ਮਾਣ ਨੂੰ, ਹੰਕਾਰ ਨੂੰ ਨਹੀਂ ਛੱਡ ਸਕਿਆ, ਤੇ ਮਾਇਆ ਛੱਡਣ ਦਾ ਵੀ ਤੈਨੂੰ ਕੋਈ ਲਾਭ ਨਹੀਂ ਹੋਇਆ। ਅਸਲ ਵਿੱਚ ਤਾਂ ਇਹ ਮਾਇਆ ਛੱਡਣੀ ਸੀ, ਤੂੰ ਸੰਸਾਰ ਨੂੰ ਛੱਡਿਆ, ਪਦਾਰਥਾਂ ਨੂੰ, ਸੁੱਖਾਂ ਨੂੰ ਛੱਡਿਆ ਵੀ ਮੈਂ ਵਿਕਾਰਾਂ ਤੋਂ ਬਚ ਜਾਵਾਂ, ਮੈਂ ਪੰਜਾਂ ਤੋਂ ਬਚ ਜਾਵਾਂ। ਪਰ ਜੇ ਉਹਨਾਂ ਤੋਂ ਹੀ ਬਚਿਆ ਨਾ, ਫਿਰ ਤੈਨੂੰ ਫਾਇਦਾ ਕੀ ਹੋਇਆ ਸਾਰਾ ਕੁਝ ਛੱਡਣ ਦਾ। ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਧਾ, ਅਜੋ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ। ਸਤਿਗੁਰੂ ਜੀ ਕਹਿੰਦੇ ਵੀ ਘਰ-ਬਾਰ ਛੱਡ ਦਿੱਤਾ, ਜੰਗਲਾਂ ਵਿੱਚ ਜਾ ਕੇ ਵਸਣ ਲੱਗ ਗਿਆ, ਕੰਧ ਮੂਲ ਖਾਣਾ ਸ਼ੁਰੂ ਕਰ ਦਿੱਤਾ, ਤੇ ਪਰ ਫਾਇਦਾ ਕੀ ਹੋਇਆ ਜੇ ਤੇਰੇ ਅੰਦਰੋਂ ਵਿਕਾਰ ਹੀ ਨਹੀਂ ਗਏ। ਅੱਜ ਪਾਤਸ਼ਾਹ ਕਹਿੰਦੇ ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਸ। ਪਾਤਸ਼ਾਹ ਕਹਿੰਦੇ ਵੀ ਇਹ ਕਾਮਨਾ ਜਿਹੜੀ ਹੈ ਨਾ, ਇਹ ਵਾਸ਼ਨਾ ਇੱਕ ਐਸੀ ਹੈ ਵੀ ਭਾਵੇਂ ਕਿਸੇ ਨੇ ਘਰ-ਬਾਰ ਵੀ ਛੱਡ ਦਿੱਤਾ, ਕੋਈ ਜੋਗੀ ਬਣ ਗਿਆ, ਕੋਈ ਜੰਗਮ ਬਣ ਗਿਆ, ਕੋਈ ਸੰਨਿਆਸੀ ਬਣ ਗਿਆ, ਪਰ ਇਸ ਕਾਮ ਵਾਸ਼ਨਾ ਨੇ ਸਭ ਦੇ ਉੱਤੇ ਆਪਣਾ ਜਾਲ ਪਾਇਆ ਹੋਇਆ ਹੈ, ਕੋਈ ਵੀ ਇਸ ਦੇ ਪਾਸੋਂ ਬਚ ਨਹੀਂ ਸਕਿਆ। ਸਤਿਗੁਰੂ ਜੀ ਨੇ ਸਾਨੂੰ ਜਿਹੜਾ ਜੀਵਨ ਦਿੱਤਾ ਹੈ ਨਾ, ਗ੍ਰਸਤੀ ਜੀਵਨ ਦਿੱਤਾ ਹੈ, ਇਹ ਤਾਂ ਕਰਕੇ ਇਸ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਹੈ। ਪਾਤਸ਼ਾਹ ਕਹਿੰਦੇ ਵੀ ਜਿਸ ਤਰ੍ਹਾਂ ਆਪਾਂ ਦੇਖਾਂਗੇ ਨਾ ਵੀ ਅੱਗ ਹੈ, ਪਾਣੀ ਹੈ, ਹਵਾ ਹੈ, ਇਹ ਚੀਜ਼ਾਂ ਜੇ ਤਾਂ ਲਿਮਟ ਦੇ ਵਿੱਚ ਰਹਿਣ ਫਿਰ ਤਾਂ ਸੁਖਦਾਈ ਹੁੰਦੀਆਂ ਹਨ, ਜੇ ਲਿਮਟ ਤੋਂ ਬਾਹਰ ਹੋ ਜਾਣ ਫਿਰ ਇਹੀ ਦੁੱਖਾਂ ਦਾ ਕਾਰਨ ਵੀ ਬਣ ਜਾਂਦੀਆਂ। ਜਿਸ ਤਰ੍ਹਾਂ ਅੱਗ ਹੈ, ਅੱਗ ਸਾਡੇ ਘਰਾਂ ਦੇ ਵਿੱਚ ਵੀ ਹੈ, ਬੀਬੀਆਂ ਭੈਣਾਂ ਭੋਜਨ ਬਣਾਉਂਦੀਆਂ ਹਨ, ਕਿੰਨਾ ਸੁੱਖ ਦਿੰਦੀ ਹੈ ਉਹ ਅੱਗ, ਪਰ ਉਨਾ ਚਿਰ ਉਹ ਸੁੱਖ ਦਿੰਦੀ ਹੈ ਜਿੰਨਾ ਚਿਰ ਕਿਸੇ ਲਿਮਟ ਦੇ ਵਿੱਚ ਹੈ, ਕਿਸੇ ਹੱਦ ਵਿੱਚ ਹੈ। ਜੇ ਉਹੀ ਅੱਗ ਆਪਣੇ ਹੱਦ ਬੰਨੇ ਨੂੰ ਟੱਪ ਜਾਏ, ਲਿਮਟ ਤੋਂ ਬਾਹਰ ਹੋ ਜਾਏ, ਤੇ ਜਿਸ ਘਰ ਨੂੰ ਸੁੱਖ ਦੇ ਰਹੀ ਸੀ ਉਸੇ ਘਰ ਨੂੰ ਸਾੜ ਕੇ ਸੁਆਹ ਵੀ ਕਰ ਦਿੰਦੀ ਹੈ। ਪਾਣੀ ਅਸੀਂ ਪੀਂਦੇ ਹਾਂ, ਸਾਡੇ ਭੋਜਨ ਜਿੰਨਾ ਕੁਝ ਬਣਦਾ ਹੈ ਪਾਣੀ ਦੇ ਨਾਲ ਬਣਦਾ, ਕਿੰਨਾ ਸੁੱਖ ਦਿੰਦਾ ਹੈ ਪਾਣੀ, ਪਰ ਉਨਾ ਚਿਰ ਇਹ ਪਾਣੀ ਸੁੱਖ ਦੇ ਰਿਹਾ ਹੈ ਜਿੰਨਾ ਚਿਰ ਇਹ ਲਿਮਟ ਦੇ ਵਿੱਚ ਹੈ। ਜਦੋਂ ਲਿਮਟ ਤੋਂ ਬਾਹਰ ਹੋ ਜਾਏ, ਸੁਨਾਮੀ ਆਉਂਦੀ ਹੈ ਜਾਂ ਕਈ ਦਰਿਆਵਾਂ ਦੇ ਬੰਨ੍ਹ ਟੁੱਟ ਜਾਂਦੇ ਹਨ, ਹੜ੍ਹ ਆ ਜਾਂਦੇ ਹਨ, ਫਿਰ ਉਹ ਪਾਣੀ ਉਹੀ ਹੈ
ਲਿਮਟ ਤੋਂ ਬਾਹਰ ਹੋ ਗਿਆ ਤੇ ਫਿਰ ਦੁੱਖਾਂ ਦਾ ਕਾਰਨ ਬਣ ਗਿਆ। ਇਸੇ ਤਰੀਕੇ ਹਵਾ ਚੱਲ ਰਹੀ ਹੈ, ਲਿਮਟ ਦੇ ਵਿੱਚ ਹੈ, ਸਾਨੂੰ ਸੁੱਖ ਦਿੰਦੀ ਹੈ, ਪਰ ਅਨਲਿਮਟਿਡ ਹੋ ਜਾਏ, ਤੂਫਾਨ ਆ ਜਾਣ ਤੇ ਉਹੀ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਸਰੀਰ ਦੇ ਅੰਦਰ ਲਿਮਟ ਦੇ ਵਿੱਚ ਸਭ ਕੁਝ ਪਾਇਆ ਹੈ। ਭਾਵੇਂ ਉਹ ਪੰਜ ਹਨ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਸਭ ਕੁਝ ਲਿਮਟ ਵਿੱਚ ਰਹੇ ਤੇ ਸਾਨੂੰ ਸੁਖਦਾਈ ਹੈ। ਜੇ ਲਿਮਟ ਤੋਂ ਬਾਹਰ ਹੋ ਜਾਏ ਤੇ ਉਹੀ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਜਿਸ ਤਰ੍ਹਾਂ ਤਾਪਮਾਨ ਸਾਡੇ ਸਰੀਰ ਦਾ 98 ਡਿਗਰੀ ਹੈ, ਲਿਮਟ ਦੇ ਵਿੱਚ ਹੈ ਤਾਂ ਅਸੀਂ ਤੰਦਰੁਸਤ ਹਾਂ। ਜੇ ਘਟ ਜਾਏ ਤਾਂ ਵੀ ਮਾੜਾ ਹੈ, ਵੱਧ ਜਾਏ ਤਾਂ ਵੀ ਮਾੜਾ ਹੈ। ਬਲੱਡ ਪ੍ਰੈਸ਼ਰ ਸਾਡਾ ਘਟ ਜਾਏ ਤਾਂ ਵੀ ਮਾੜਾ ਹੈ, ਵੱਧ ਜਾਏ ਤਾਂ ਵੀ ਮਾੜਾ। ਲਿਮਟ ਦੇ ਵਿੱਚ ਹਰ ਇੱਕ ਚੀਜ਼ ਸੁਖਦਾਈ ਹੈ। ਗ੍ਰਸਤੀ ਜੀਵਨ ਸਾਨੂੰ ਦਿੱਤਾ, ਪਾਤਸ਼ਾਹ ਕਹਿੰਦੇ ਲਿਮਟ ਦੇ ਵਿੱਚ ਹੋਏਗਾ ਤੈਨੂੰ ਸੁੱਖ ਮਿਲੇਗਾ, ਪਰ ਜੇ ਲਿਮਟ ਤੋਂ ਬਾਹਰ ਹੋ ਜਾਏਗਾ ਤੇ ਫਿਰ ਇਹੀ ਤੇਰੇ ਦੁੱਖਾਂ ਦਾ ਕਾਰਨ ਬਣ ਜਾਏਗਾ। ਪਾਤਸ਼ਾਹ ਕਹਿੰਦੇ ਫਿਰ ਕਈਆਂ ਨੇ, ਜੋਗੀ ਜਨਮਾਂ ਨੇ ਕੀ ਕੀਤਾ ਕਿ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਹੜੀ ਚੀਜ਼ ਅਕਾਲ ਪੁਰਖ ਨੇ ਪੈਦਾ ਕੀਤੀ ਹੋਵੇ ਉਸ ਨੂੰ ਖਤਮ ਕਰਨ ਵਾਲਾ ਬੰਦਾ ਕੌਣ ਹੈ? ਕਿਸ ਤਰ੍ਹਾਂ ਖਤਮ ਕਰ ਦੇਗਾ? ਸਤਿਗੁਰੂ ਜੀ ਕਹਿੰਦੇ ਜੋਗੀ ਜੰਗਮ ਅਰ ਸੰਨਿਆਸ ਸਭ ਹੀ ਪਰ ਡਾਰੀ, ਇਹ ਫਾਸੇ ਜਾਲ ਸਾਰਿਆਂ ਦੇ ਉੱਪਰ ਪਿਆ ਹੋਇਆ ਹੈ। ਜਿਹ ਜਿਹ ਹਰ ਕੋ ਨਾਮ ਸਮਾਰ, ਤੇ ਭਵ ਸਾਗਰ ਉਤਰੇ ਪਾਰ। ਪਾਤਸ਼ਾਹ ਕਹਿੰਦੇ ਜਿਨ੍ਹਾਂ ਜਿਨ੍ਹਾਂ ਭਾਗਾਂ ਵਾਲੇ ਮਨੁੱਖਾਂ ਨੇ ਰੱਬ ਦੇ ਨਾਮ ਦੀ ਸੰਭਾਲ ਕੀਤੀ, ਉਹ ਇਸ ਸੰਸਾਰ ਸਾਗਰ ਤੋਂ, ਭਵ ਸਾਗਰ ਤੋਂ ਪਾਰ ਹੋ ਗਏ। ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ, ਜਿਹੜੇ ਲਿਮਟ ਵਿੱਚ ਰਹਿ ਕੇ, ਗ੍ਰਸਤੀ ਜੀਵਨ ਵਿੱਚ ਰਹਿ ਕੇ, ਜਿਨ੍ਹਾਂ ਨੇ ਸਮਾਜ ਨੂੰ ਕੁਝ ਨਾ ਕੁਝ ਦਿੱਤਾ, ਪਾਤਸ਼ਾਹ ਕਹਿੰਦੇ ਉਹ ਭਵ ਸਾਗਰ ਤੋਂ ਪਾਰ ਹੋ ਗਏ। ਜਨ ਨਾਨਕ ਹਰਿ ਕੀ ਸ਼ਰਨਾਏ, ਦੀਜੈ ਨਾਮ ਰਹਿ ਗੁਣ ਗਾਏ। ਹੁਣ ਪਾਤਸ਼ਾਹ ਕਹਿੰਦੇ ਮੈਂ ਵੀ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਤੇ ਬੇਨਤੀ ਕਰਦਾ ਹਾਂ ਕਿ ਇਹ ਵਾਹਿਗੁਰੂ ਜੀ ਮੇਰੇ